नमस्कार वॉइस ऑफ एशियंस ਦੇ ਵੱਲੋਂ ਤੁਹਾਡਾ ਸਵਾਗਤ ਹੈ। 1 ਮਈ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਕੋਵਿਡ ਦੀਆਂ ਕੁਝ ਗੱਲਾਂ ਕਰੀਏ, ਸਭ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਬਾਲੀਵੁੱਡ ਦੇ ਬਹੁਤ ਹੀ ਮਹਾਨ ਸਿੰਗਰ ਮੰਨਾ ਡੇ ਸਾਹਿਬ ਦਾ ਜਨਮ ਦਿਨ ਹੈ ਤੇ ਏਸ਼ੀਅਨ ਕਲੱਬ ਦੇ ਵੱਲੋਂ ਸਿੰਗਰਸ ਨੂੰ ਲੁਧਿਆਣਾ ਦੇ ਪ੍ਰੋਮੀਨੈਂਟ ਪਰਸਨੈਲਿਟੀਜ਼ ਨੂੰ ਇਨਵਾਈਟ ਕੀਤਾ ਗਿਆ ਸੀਗਾ ਗਾਣਿਆਂ ਦੇ ਲਈ। ਕੁਝ ਗਾਣੇ ਸਾਡੇ ਕੋਲ ਪਹੁੰਚੇ ਆ, ਆਓ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਲਈਏ। शौकिया ये बागबान जो तुझ में है कहीं नहीं, ये शौकिया ये बागबान जो तुझ में है कहीं नहीं, दिलों को जीतने का बन जो तुझ में है कहीं नहीं। मैं तेरी आंखों में पा गया दो जहां, मैं तेरी आंखों में पा गया दो जहां। है मेरी जबर जबी तुझे मालूम नहीं, तू अभी तक है हंसी और मैं जवान, तुझ पे कुर्बान मेरी जान मेरी जान। कभी देखो मन नहीं जागे, पीछे पीछे सपनों के भागे, कभी देखो मन नहीं जागे, पीछे पीछे सपनों के भागे, एक दिन सपनों का राही चला गए सपनों से आगे कहाँ जिंदगी कैसी है पहेली हाय, कभी तो हंसाए कभी रुलाए। मन्ना डे साहब के जन्म दिवस पर उनको श्रद्धांजलि देने के लिए ये गीत प्रस्तुत है और भगवान से प्रार्थना है कि पूरी दुनिया को कोरोना वायरस से मुक्त कर दें, सभी को ठीक कर दें। तू प्यार का सागर है, तू प्यार का सागर है, तेरी एक बूंद के प्यासे हम, तेरी एक बूंद के प्यासे हम, लौटा जो दिया तूने, लौटा जो दिया तूने, चले जाएंगे जहाँ से हम, चले जाएंगे जहाँ से हम। छोटी छोटी बातों की है यादें बड़ी, भूले नहीं बीती हुई एक छोटी घड़ी। छोटी छोटी बातों की है बातें बड़ी, भूले नहीं बीती हुई एक छोटी घड़ी। जन्म जन्म से आंखें बिछाए तेरे लिए इन राहों में। ਸਵੇਰੇ 7 ਤੋਂ 11 ਕੀ ਖੁੱਲੇਗਾ ਕੀ ਨਹੀਂ, ਲੋਕਾਂ ਨੂੰ ਕਨਫਿਊਜ਼ਨ ਹੈ। ਆਓ ਗੱਲ ਕਰਦੇ ਹਾਂ ਪੁਲਿਸ ਅਧਿਕਾਰੀ ਦੇ ਨਾਲ। ਸਾਡੇ ਨਾਲ ਨੇ ਹੈਬੋਵਾਲ ਦੇ SHO ਇੰਸਪੈਕਟਰ ਮੋਹਨ ਲਾਲ ਜੀ। ਸਰ, ਲੋਕਾਂ ਨੂੰ ਕਨਫਿਊਜ਼ਨ ਹੈ ਕਿ 7 ਤੋਂ 11 ਦੇ ਵਿੱਚ ਖੁੱਲੀ ਹੈ ਕਿ ਨਾ, ਉਹਦੇ ਬਾਰੇ ਕਲੀਅਰ ਕਰਿਓ। 7 ਤੋਂ 11 ਖੁੱਲ੍ਹਾ ਹੈ ਜੀ, ਤੇ ਲੇਕਿਨ ਉਹਦੇ ਨਾਲ ਨਾਲ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਬੰਦਾ ਪਹਿਲਾਂ ਜਿਹੜਾ ਕੋਈ ਜ਼ਰੂਰੀ ਹੈ ਐਮਰਜੈਂਸੀ ਟਾਈਮ 'ਤੇ ਹੀ ਬਾਹਰ ਨਿਕਲੇ, ਘਰ ਦਾ ਸਿਰਫ ਇੱਕ ਮੈਂਬਰ ਹੀ ਬਾਹਰ ਨਿਕਲੇ ਤੇ ਪੈਦਲ ਆਵੇ। ਤੇ ਬਾਕੀ ਸਾਰੇ ਦੁਕਾਨਦਾਰ ਆਪਾਂ ਮੇਨ ਬਾਜ਼ਾਰ 'ਚ ਹੀ ਦੱਸਦੇ ਹਾਂ ਹੁਣ, ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਵੀ ਆਪਣਾ ਸ਼ਟਰ ਖੋਲ੍ਹ ਲਓ ਜੀ, ਤੇ ਜਿਹੜਾ ਸਮਾਨ ਡਿਸਟਰੀਬਿਊਟ ਕਰਨਾ ਹੈ ਜੀ ਉਹ ਬਿਲਕੁਲ ਯਾਨੀ ਕਿ ਉਹਦਾ ਜਿਹੜਾ ਦੂਰੀ ਦਾ ਧਿਆਨ ਰੱਖਿਆ ਜਾਊਗਾ ਜੀ। ਸਰ, ਕਿਹੜੀ ਕਿਹੜੀ ਦੁਕਾਨਾਂ ਕੈਟੇਗਰੀ 'ਚ ਆ ਰਹੀਆਂ? ਕੈਟੇਗਰੀ ਜੇ ਦੁੱਧ ਵਾਲੇ ਜੀ, ਬੇਕਰੀ ਵਾਲੇ ਜੀ, ਤੇ ਸਬਜ਼ੀ ਤੇ ਫਰੂਟ ਜੀ, ਤੇ
ਜਿਹੜੇ ਮੈਡੀਕਲ ਵਾਲੇ ਤਾਂ ਪਹਿਲਾਂ ਵੀ ਚਲੋ ਇਹਦੇ ਵਿੱਚ ਹੀ ਆਉਂਦੇ ਆ ਜੀ ਤੇ ਬਾਕੀ ਹੋਰ ਪੈਂਚਰ ਸ਼ੈਂਚਰ ਛੋਟਾ ਮੋਟਾ ਜਿਹੜਾ ਹੈ ਜੀ ਉਹ ਵੀ ਚਲੋ ਅਲਾਉਡ ਕੀਤਾ ਹੋਇਆ ਜੀ ਬੰਦਾ ਐਮਰਜੈਂਸੀ ਜਾਣਾ ਹੁੰਦਾ ਸਾਈਕਲ ਪੈਂਚਰ ਵਗੈਰਾ ਜੀ ਤੇ ਬਾਕੀ ਅਸੀਂ ਬਾਜ਼ਾਰ ਦੀ ਦੱਸਦੇ ਹਾਂ ਜੀ ਕੋਈ ਬੰਦਾ ਆਪਣੇ ਬਾਜ਼ਾਰ 'ਚ ਕੋਈ ਭੀੜ ਭੜੱਕਾ ਨਹੀਂ ਹੈਗਾ ਜੀ ਆਰਾਮ ਨਾਲ ਲੋਕ ਆ ਰਹੇ ਨੇ ਸਮਾਨ ਲੈ ਕੇ ਆਪਣੇ ਪੁੱਤਰੇ ਜਾ ਰਹੇ ਥੈਂਕ ਯੂ ਜੀ ਨੇ ਹੈਬੋਵਾਲ ਲੁਧਿਆਣਾ ਵਿਖੇ ਡ੍ਰੀਮ ਲੇਨ ਦੇ ਵਿੱਚ ਜਿੱਥੇ ਕੱਲ ਲੋਕਾਂ ਦਾ ਟੈਂਪਰੇਚਰ ਦੇਖ ਕੇ ਹੀ ਉੱਥੋਂ ਦੇ ਨਿਵਾਸੀਆਂ ਨੇ ਉਹਨਾਂ ਨੂੰ ਅੰਦਰ ਜਾਣ ਦੀ ਸੁਵਿਧਾ ਦਿੱਤੀ ਸੀਗੀ, ਅੱਜ ਉਹਨਾਂ ਨੂੰ ਮਾਸਕ ਵੀ ਦਿੱਤੇ ਜਾ ਰਹੇ, ਸੈਨੀਟਾਈਜੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਡ੍ਰੀਮਲੈਂਡ ਵਾਸੀ ਆਪਣੇ ਮਹੱਲੇ ਨੂੰ ਸੇਫ ਕਰਨ ਵਾਸਤੇ ਇੱਕ ਮੁਹਿੰਮ ਚਲਾਈ ਹੈ। ਅਸੀਂ ਸਭ ਤੋਂ ਪਹਿਲਾਂ ਆ ਕੇ ਪੂਰਾ ਮਹੱਲਾ ਸੈਨੀਟਾਈਜ਼ ਕੀਤਾ। ਉਹ ਮਸ਼ੀਨ ਸਾਡੇ ਕੋਲ ਪਈ ਹੈ, ਪਲੱਸ ਅਸੀਂ ਟੈਂਪਰੇਚਰ ਮਸ਼ੀਨ ਲੈ ਕੇ ਆਏ ਹਾਂ। ਜਿਹੜਾ ਬੰਦਾ ਬੈਟਰ ਵਾਲੇ ਆ ਰਹੇ ਜਿਹੜੇ ਆ ਰਹੇ ਉਹਨਾਂ ਚੈਕਿੰਗ ਹੋ ਰਹੀ ਹੈ ਉਹਨਾਂ ਦੀ ਪ੍ਰੋਪਰ। ਜਿਹਨਾਂ ਕੋਲ ਮਾਸਕ ਨਹੀਂ ਹੈ ਮਾਸਕ ਪਵਾ ਰਹੇ ਆ, ਹੈਡ ਤੇ ਕੈਪ ਨਹੀਂ ਹੈ ਕੈਪ ਪਵਾ ਰਹੇ ਆ। ਅਸੀਂ ਚਾਹੁੰਦੇ ਹਾਂ ਕਿ ਸਾਰਾ ਹੈਬੋਵਾਲ ਸਾਰਾ ਆਪਣਾ ਲੁਧਿਆਣਾ ਸੇਫ ਰਵੇ, ਸਾਰੇ ਇੱਦਾਂ ਹੀ ਕਰੇ। ਥੈਂਕ ਯੂ। ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀਜ਼ ਦੇ ਵੱਲੋਂ ਇਸ ਤੇ ਚੇਅਰਮੈਨ ਐਂਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਆਨਰੇਬਲ ਸ਼੍ਰੀ ਗੁਰਬੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਮਿਸਿਸ ਪ੍ਰੀਤੀ ਸੁਖੀਜਾ ਸੈਕਟਰੀ ਤੇ ਲੀਗਲ ਸਰਵਿਸਿਜ਼ ਦੇ ਵਲੰਟੀਅਰਸ ਦੀ ਟੀਮ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਉਹਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ। ਨਾਲ ਨਾਲ ਦੱਸਿਆ ਜਾ ਰਿਹਾ ਕਿ ਕਾਨੂੰਨੀ ਸੇਵਾਵਾਂ ਜਿਹੜੀਆਂ ਲੋਕ ਨੀਡੀ ਨੇ ਉਹਨਾਂ ਨੂੰ ਕਿੱਦਾਂ ਫ੍ਰੀ ਮਿਲ ਸਕਦੀਆਂ। ਇਸ ਬਾਰੇ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਫੇਸਬੁੱਕ ਪੇਜ ਤੇ ਵੌਇਸ ਆਫ ਏਸ਼ੀਅਨਸ ਤੇ। ਲੁਧਿਆਣਾ ਦੇ ਵਿੱਚ ਕੁਝ ਸਰਵਿਸਿਜ਼ ਦੇ ਬਾਰੇ ਹਲੇ ਵੀ ਲੋਕਾਂ ਨੂੰ ਕਨਫਿਊਜ਼ਨ ਹੈ, ਜਿੱਦਾਂ ਕਿ ਮਿਠਾਈਆਂ ਦੀਆਂ ਦੁਕਾਨਾਂ ਖੋਲੀਆਂ ਜਾਣਗੀਆਂ ਕਿ ਨਹੀਂ ਖੋਲੀਆਂ ਜਾਣਗੀਆਂ। ਫਿਲਹਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 67 ਕੇਸਿਸ ਐਕਟਿਵ ਨੇ। ਆਓ ਸੁਣਦੇ ਹਾਂ ਉਹਨਾਂ ਨੂੰ। ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਮਿਤੀ 1 ਮਈ 2020 ਤੱਕ 2565 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਗਏ ਨੇ। ਇਹਦੇ ਵਿੱਚੋਂ 2140 ਸੈਂਪਲ ਜਿਹੜੇ ਹੈਗੇ ਉਹਦਾ ਦੀ ਰਿਪੋਰਟ ਸਾਡੇ ਕੋਲ ਪ੍ਰਾਪਤ ਹੋ ਚੁੱਕੀ ਹੈ। ਇਹਦੇ ਵਿੱਚੋਂ 77 ਜਿਹੜੇ ਸੈਂਪਲਸ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ। ਇਹਦੇ 77 ਵਿੱਚੋਂ 6 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਕਿਉਰਡ ਡਿਕਲੇਅਰ ਕੀਤਾ ਜਾ ਚੁੱਕਿਆ ਹੈ। 4 ਪੇਸ਼ੈਂਟਸ ਦੀ ਡੈਥ ਹੋ ਗਈ ਸੀਗੀ। ਤਾਂ ਹੁਣ ਕੁੱਲ ਮਿਲਾ ਕੇ 67 ਐਕਟਿਵ ਕੇਸਿਸ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਨਾਲ ਸੰਬੰਧਿਤ ਨੇ ਔਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਐਕਟਿਵ ਕੇਸਿਸ ਹੈਗੇ ਜਿਨ੍ਹਾਂ ਦਾ ਟ੍ਰੀਟਮੈਂਟ ਵਗੈਰਾ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ। ਜ਼ਿਆਦਾਤਰ ਪੇਸ਼ੈਂਟ ਜਿਹੜੇ ਹੈਗੇ ਉਹ ਸਿਵਲ ਹਸਪੀਟਲ ਦੇ ਵਿੱਚ ਭਰਤੀ ਨੇ ਤੇ ਕੁਝ ਪੇਸ਼ੈਂਟ ਜਿਹੜੇ ਹੈਗੇ ਉਹ ਵਰਤਮਾਨ ਦੇ ਵਿੱਚ ਭਰਤੀ ਨੇ। ਜਿਹੜੇ ਪੈਂਡਿੰਗ ਕੇਸਿਸ ਹੈਗੇ 425 ਦੇ ਨੇੜੇ ਤੇੜੇ ਕੇਸਿਸ ਜਿਹੜੇ ਹੈਗੇ ਉਹ ਪੈਂਡਿੰਗ ਹੈਗੇ। ਇੰਨੇ ਜ਼ਿਆਦਾ ਸੈਂਪਲਿੰਗ ਕਰਨ ਦਾ ਰੀਜ਼ਨ ਜਿਹੜਾ ਹੈਗਾ ਉਹ ਇਹ ਹੈਗਾ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਕੋਲ ਕਾਫੀ ਪੈਸੇਂਜਰਸ ਜਿਹੜੇ ਹੈਗੇ ਬਾਹਰਲੇ ਸਟੇਟਾਂ ਤੋਂ ਆਏ ਨੇ, ਭਾਵੇਂ ਨਾਂਦੇੜ ਜਿਵੇਂ ਮਹਾਰਾਸ਼ਟਰ ਨਾਂਦੇੜ ਤੋਂ ਆਏ ਸੀਗੇ, ਕੁਝ ਕੋਟਾ ਰਾਜਸਥਾਨ ਤੋਂ ਆਏ ਸੀਗੇ, ਕੁਝ ਜੈਸਲਮੇਰ ਤੋਂ ਆਏ ਸੀਗੇ, ਕੁਝ ਗਵਾਲੀਅਰ ਤੋਂ ਆਏ ਸੀਗੇ, ਹੋਰ ਵੀ ਬਹੁਤ ਸਾਰੀ ਲੇਬਰ ਜਾਂ ਮਾਈਗ੍ਰੈਂਟ ਬੰਦੇ ਜਿਹੜੇ ਹੈਗੇ ਉਹ ਪੰਜਾਬ ਦੇ ਵਿੱਚ ਆਏ ਨੇ। ਉਹਨਾਂ ਦੀ ਟੈਸਟਿੰਗ ਜਿਹੜੀ ਹੈਗੀ ਉਹ ਕੀਤੀ ਗਈ ਹੈ। ਕੁਝ ਇੱਕ ਪੁਰਾਣੇ ਪੋਜ਼ਿਟਿਵ ਕੇਸਿਸ ਜਿਹੜੇ ਸੀਗੇ ਉਹਨਾਂ ਦੇ ਕੰਟੈਕਟ ਟ੍ਰੇਸਿੰਗ ਜਿਹੜੀ ਹੈਗੀ ਉਹਨਾਂ ਦੇ ਸੈਂਪਲਿੰਗ ਕੀਤੀ ਗਈ ਹੈ। ਤੇ ਕਈ ਸਾਰੇ ਬੰਦੇ ਜਿਹੜੇ ਅੱਗੇ ਹੁਣ ਆ ਰਹੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਫਲੂ ਦੇ ਲੱਛਣ ਹੈਗੇ ਜਿਹੜੇ ਸਾਡੇ ਫਲੂ ਕਾਰਨਰ ਤੇ ਆਉਂਦੇ ਨੇ ਉਹਨਾਂ ਦੀ ਵੀ ਸੈਂਪਲਿੰਗ ਅਸੀਂ ਕਰ ਰਹੇ ਹਾਂ, ਜਿਸ ਤੋਂ ਕਿ ਵੱਧ ਤੋਂ ਵੱਧ ਸੈਂਪਲਿੰਗ ਕਰਕੇ ਅਸੀਂ ਲੋਕਾਂ ਦੀ ਐਡਵਾਂਸ ਦੇ ਵਿੱਚ ਹੀ ਪਤਾ ਕਰ ਸਕੀਏ ਕਿ ਉਹਨਾਂ ਨੂੰ ਕੋਈ ਕੋਰੋਨਾ ਦੀ ਪੋਸੀਬਿਲਿਟੀ ਤਾਂ ਨਹੀਂ ਹੈਗੀ। ਇਹਦੇ ਵਿੱਚ ਮੈਂ ਇਹ ਕਲੀਅਰ ਕਰਨਾ ਚਾਹਾਂਗਾ ਕਿ ਪਹਿਲੇ ਦਿਨ ਤੋਂ ਜਿਵੇਂ ਆਪਾਂ ਦੱਸ ਰਹੇ ਹਾਂ ਕਿ ਇਹ ਬਿਮਾਰੀ ਜਿਹੜੀ ਹੈਗੀ ਉਹ ਅਸੀਂ ਛੂ ਕੇ ਔਰ ਲੋਕਾਂ ਦੇ ਕੰਟੈਕਟ ਵਿੱਚ ਆ ਕੇ ਜਿਹੜੀ ਹੈਗੀ ਉਹ ਵੱਧਦੀ ਹੈਗੀ। ਇਸ ਕਰਕੇ ਲੋਕ ਜਿਹੜੇ ਹੈਗੇ ਘਰੋਂ ਬਾਹਰ ਘੱਟ ਤੋਂ ਘੱਟ ਨਿਕਲਣ। ਇੱਕ ਕਰਫਿਊ ਲੋਕਡਾਊਨ ਜਿਹੜਾ ਲਗਾਇਆ ਗਿਆ ਸੀਗਾ ਉਹਦਾ ਮੇਨ ਰੀਜ਼ਨ ਵੀ ਇਹੀ ਸੀਗਾ ਕਿ ਇਹ ਬਿਮਾਰੀ ਦੀ ਇੱਕ ਚੇਨ ਜਿਹੜੀ ਹੈਗੀ ਉਸ ਨੂੰ ਬ੍ਰੇਕ ਕਰ ਸਕੀਏ। ਕਾਫੀ ਲੋਕਾਂ ਦਾ ਸਹਿਯੋਗ ਵੀ ਜਿਹੜਾ ਹੈਗਾ ਇਹਦੇ ਵਿੱਚ ਸਾਨੂੰ ਮਿਲਿਆ ਹੈਗਾ ਔਰ ਉਸ ਨੂੰ ਦੇਖਦੇ ਹੋਏ ਲਗਾਤਾਰ ਸਰਕਾਰ ਵੱਲੋਂ ਧੀਰੇ ਧੀਰੇ ਰਿਲੈਕਸੇਸ਼ਨ ਜਿਹੜੀਆਂ ਸੀਗੀਆਂ ਉਹ ਵੀ ਦਿੱਤੀਆਂ ਗਈਆਂ ਸੀਗੀਆਂ। ਲੇਕਿਨ ਹੁਣ ਵੀ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਜਦ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੱਛਣ ਕੋਰੋਨਾ ਪੁਆਇੰਟ ਆਫ ਵਿਊ ਤੋਂ, ਫਲੂ ਪੁਆਇੰਟ ਆਫ ਵਿਊ ਤੋਂ ਜਾਂ ਫਿਰ ਜਿਹੜੇ ਆਪਾਂ ਸਿੰਪਟਮਸ ਦੱਸੇ ਹੋਏ ਨੇ, ਬ੍ਰੈਥਲੈਸਨੈਸ ਹੋਵੇ, ਡਰਾਈ ਕਫ ਹੋਵੇ, ਹਾਈ ਫੀਵਰ ਹੋਵੇ ਜਾਂ ਜ਼ੁਕਾਮ ਵਗੈਰਾ ਹੋਵੇ, ਇੱਦਾਂ ਦੀ ਜਿਹੜੇ ਸਿੰਪਟਮਸ ਅਸੀਂ ਆਲਰੇਡੀ ਦੱਸੇ ਸੀਗੇ ਉਸ ਤਰ੍ਹਾਂ ਦੇ ਕੋਈ ਵੀ ਸਿੰਪਟਮ ਕਿਸੇ ਬੰਦੇ ਨੂੰ ਹੁੰਦਾ ਹੈ ਤਾਂ ਉਹ ਛੇਤੀ ਤੋਂ ਛੇਤੀ
ਜਿਹੜੇ ਨੀਅਰੈਸਟ ਹਸਪੀਟਲਸ ਹੈਗੇ ਉੱਥੇ ਜਾ ਕੇ ਆਪਣਾ ਟੈਸਟ ਵਗੈਰਾ ਜਿਹੜਾ ਹੈਗਾ ਆਪਣੇ ਆਪ ਨੂੰ ਪਹਿਲਾਂ ਚੈੱਕ ਕਰਾ ਸਕਦੇ ਨੇ ਔਰ ਫਿਰ ਉਸ ਤੋਂ ਬਾਅਦ ਆਪਣੀ ਟੈਸਟਿੰਗ ਵਗੈਰਾ ਜਿਹੜੀ ਹੈਗੀ ਉਹ ਕਰਾ ਸਕਦੇ ਨੇ, ਕਿਉਂਕਿ ਜਿੰਨਾ ਛੇਤੀ ਤੁਹਾਨੂੰ ਇਸ ਦੇ ਬਾਬਤ ਪਤਾ ਚੱਲ ਜਾਊਗਾ ਉਨਾ ਹੀ ਵਧੀਆ ਹੈ ਤੁਹਾਡੇ ਵਾਸਤੇ। ਕਿਉਂਕਿ ਜਿੰਨੇ ਕੇਸਿਸ ਸਾਨੂੰ ਐਡਵਾਂਸ ਦੇ ਵਿੱਚ ਪਤਾ ਚੱਲ ਰਹੇ ਨੇ ਉਹ ਜ਼ਿਆਦਾਤਰ ਕੇਸ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਿਉਰ ਅਸੀਂ ਰਿਕਾਰਡ ਕਰ ਰਹੇ ਹਾਂ, ਔਰ ਜਿਹੜੇ ਕੇਸਾਂ 'ਚ ਕਾਫੀ ਲੇਟ ਸਾਨੂੰ ਪਤਾ ਚੱਲ ਰਿਹਾ ਹੈਗਾ ਉਹਨਾਂ ਕੇਸਾਂ 'ਚ ਅਸੀਂ ਦੇਖ ਰਹੇ ਹਾਂ ਕਿ ਉਹ ਕਦੇ-ਕਦੇ ਫੈਟਲ ਵੀ ਹੋ ਜਾਂਦਾ ਹੈ। ਤਾਂ ਇਸ ਕਰਕੇ ਸਾਰੇ ਲੋਕਾਂ ਨੂੰ ਬੇਨਤੀ ਹੈਗੀ ਕਿ ਜਦ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਫੀਲ ਹੁੰਦੀ ਹੈ ਤਾਂ ਉਹ ਛੇਤੀ ਤੋਂ ਛੇਤੀ ਆਪਣਾ ਟੈਸਟ ਜਿਹੜਾ ਹੈਗਾ ਉਹ ਜ਼ਰੂਰ ਕਰਵਾ ਲੈਣ। ਥੋੜਾ ਸਾ ਲੋਕਾਂ ਨੂੰ ਡਰਨ ਦੀ ਵੀ ਲੋੜ ਹੈਗੀ, ਕੇਅਰਫੁਲ ਹੋਣ ਦੀ ਵੀ ਲੋੜ ਹੈਗੀ, ਕਿਉਂਕਿ ਨੰਬਰ ਆਫ ਕੇਸਿਸ ਜਿਹੜੇ ਹੈਗੇ ਪਿਛਲੇ 2 ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਕਾਫੀ ਵਧੇ ਨੇ ਔਰ ਅੱਜ ਵੀ ਸਾਡੇ ਕੋਲ ਜਿਹੜੇ 425 ਪੈਂਡਿੰਗ ਰਿਪੋਰਟਾਂ ਜਿਹਨਾਂ ਦੀ ਆਉਣ ਵਾਲੀਆਂ ਹੈਗੀਆਂ ਉਹਨਾਂ ਦੀ ਰਿਪੋਰਟਾਂ ਵੀ ਲੇਟ ਨਾਈਟ ਤੱਕ ਸਾਡੇ ਕੋਲ ਆਉਂਦੀਆਂ ਨੇ, ਤਾਂ ਉਹਦੇ ਵਿੱਚ ਵੀ ਸਾਨੂੰ ਹੋ ਸਕਦਾ ਕੁਝ ਪਤਾ ਚੱਲੇ, ਕੁਝ ਪੋਜ਼ਿਟਿਵ ਕੇਸਿਸ ਜਿਹੜੇ ਹੈਗੇ ਉਹ ਆ ਸਕਦੇ ਨੇ। ਤਾਂ ਇਸ ਕਰਕੇ ਲੋਕਾਂ ਨੂੰ ਕੇਅਰਫੁਲ ਰਹਿਣ ਦੀ ਲੋੜ ਹੈ, ਲੋਕਾਂ ਨੂੰ ਸਚੇਤ ਰਹਿਣ ਦੀ ਲੋੜ ਹੈਗੀ ਔਰ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਦੀ ਲੋੜ ਹੈਗੀ। ਭਾਵੇਂ ਅਸੀਂ ਥੋੜੀ ਸੀ ਰਿਲੈਕਸੇਸ਼ਨ ਦਿੱਤੀ ਹੋਈ ਹੈ ਲੇਕਿਨ ਉਸ ਨੂੰ ਲੋੜ ਦੇ ਮੁਤਾਬਿਕ ਹੀ ਬਾਹਰ ਆਉਣ ਦੀ ਲੋੜ ਹੈ। ਕੇਵਲ ਔਰ ਕੇਵਲ ਜਦ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਤਾਂ ਹੀ ਬੰਦੇ ਜਿਹੜੇ ਹੈਗੇ ਉਹ ਬਾਹਰ ਆਉਣ। ਅਸੀਂ ਜਿਹੜੀਆਂ ਰਿਲੈਕਸੇਸ਼ਨਸ ਦਿੱਤੀਆਂ ਸੀਗੀਆਂ 3 ਤਰੀਕੇ ਦੀ ਮੇਨ ਕੈਟੇਗਰੀਆਂ ਹੈਗੀਆਂ ਰਿਲੈਕਸੇਸ਼ਨਸ ਦੀਆਂ। ਪਹਿਲੀ ਸੀਗੀ ਕੰਸਟਰਕਸ਼ਨ ਨਾਲ ਰਿਲੇਟਡ। ਮੈਨੂੰ ਇਹ ਕਹਿਣ 'ਚ ਕਾਫੀ ਖੁਸ਼ੀ ਹੋ ਰਹੀ ਹੈ ਕਿ ਤਕਰੀਬਨ 45 ਦੇ ਨੇੜੇ ਤੇੜੇ ਪ੍ਰੋਜੈਕਟਾਂ ਨੂੰ, ਭਾਵੇਂ ਉਹ ਗਵਰਨਮੈਂਟ ਸੈਕਟਰ ਦੇ ਹੋਣ ਜਾਂ ਪ੍ਰਾਈਵੇਟ ਸੈਕਟਰ ਦੇ ਹੋਣ, ਹੁਣ ਤੱਕ ਅਸੀਂ 45 ਦੇ ਨੇੜੇ ਤੇੜੇ ਪ੍ਰੋਜੈਕਟਾਂ ਨੂੰ ਅਪਰੂਵਲ ਜਿਹੜੀ ਹੈਗੀ ਆਪਣੇ ਪੱਧਰ ਤੇ ਦੇ ਚੁੱਕੇ ਹਾਂ। ਤਕਰੀਬਨ 1000 ਦੇ ਨੇੜੇ ਤੇੜੇ ਲੇਬਰ ਜਿਹੜੀ ਹੈਗੀ ਉਹਦੇ ਵਿੱਚ ਹੁਣ ਐਂਗੇਜ ਵੀ ਹੋ ਗਈ ਹੈ। ਪ੍ਰਾਈਵੇਟ ਵੀ ਪ੍ਰੋਜੈਕਟਸ ਜਿਹੜੇ ਹੈਗੇ ਉਹ ਵੀ ਸਾਡੇ ਕੋਲ ਹੁਣ ਪਰਮਿਸ਼ਨ ਵਾਸਤੇ ਆ ਰਹੇ ਨੇ ਔਰ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾਲ ਹੀ ਨਾਲ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਈਏ। ਇਸ ਤੋਂ ਇਲਾਵਾ ਦੂਜੀ ਜਿਹੜੀ ਰਿਲੈਕਸੇਸ਼ਨ ਸੀਗੀ ਉਹ ਇੰਡਸਟਰੀ ਨਾਲ ਰਿਲੇਟਡ ਸੀਗੀ। ਇਹ ਵੀ ਚੰਗੀ ਗੱਲ ਹੈਗੀ ਕਿ ਕਾਫੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਹੁਣ ਅੱਗੇ ਆ ਰਹੀਆਂ ਨੇ, ਕਿਉਂਕਿ ਗਵਰਨਮੈਂਟ ਵੱਲੋਂ 2-3 ਰਿਲੈਕਸੇਸ਼ਨ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ। ਪਹਿਲਾਂ ਇੰਡਸਟਰੀਅਲ ਕੁਆਰੰਟੀਨ ਉਹਨਾਂ ਨੂੰ ਕਿਹਾ ਗਿਆ ਸੀਗਾ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਟਰਾਂਸਪੋਰਟ ਫੈਸਿਲਿਟੀ ਲੇਬਰ ਨੂੰ ਪ੍ਰੋਵਾਈਡ ਕਰਕੇ ਆਪਣੀ ਇੰਡਸਟਰੀਆਂ ਚਾਲੂ ਕਰਨ ਦੇ ਵਾਸਤੇ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ ਤੇ ਲਾਸਟ ਵਿੱਚ ਸਰਕਾਰ ਵੱਲੋਂ ਇਹ ਵੀ ਪ੍ਰੋਵੀਜ਼ਨ ਦਿੱਤਾ ਗਿਆ ਸੀਗਾ ਕਿ ਲੇਬਰ ਜਿਹੜੀ ਹੈਗੀ ਉਹ ਜਿਹੜੇ ਨੇੜੇ ਤੇੜੇ ਦੀ ਹੈਗੀ ਤਾਂ ਔਨ ਫੁੱਟ ਜਾਂ ਫਿਰ ਸਾਈਕਲ ਤੋਂ ਆ ਸਕਦੀ ਹੈ। ਤਾਂ ਕਈ ਸਾਰੀ ਇੰਡਸਟਰੀਆਂ ਜਿਹੜੀਆਂ ਹੈਗੀਆਂ ਹੁਣ ਅੱਗੇ ਆ ਰਹੀਆਂ ਨੇ ਔਰ ਪਾਸਿਸ ਵਗੈਰਾ ਬਣਵਾ ਕੇ ਆਪਣੀ ਇੰਡਸਟਰੀਆਂ ਨੂੰ ਚਾਲੂ ਕਰ ਰਹੀਆਂ ਨੇ, ਕਿਉਂਕਿ ਇੰਡਸਟਰੀ ਨੂੰ ਹੁਣ ਸਪੈਸੀਫਿਕ ਪਰਮਿਸ਼ਨ ਦੀ ਇਸ ਦੇ ਵਾਸਤੇ ਲੋੜ ਨਹੀਂ ਹੈਗੀ। ਇੰਡਸਟਰੀ ਨੂੰ ਚਲਾਉਣ ਦੇ ਲਈ ਸਿਰਫ ਔਰ ਸਿਰਫ ਲੇਬਰ ਦੇ ਪਾਸਿਸ ਜਿਹੜੇ ਹੈਗੇ ਔਰ ਆਪਣੇ ਪਾਸਿਸ ਜਿਹੜੇ ਹੈਗੇ ਉਹਨਾਂ ਨੂੰ ਬਣਵਾਉਣ ਦੀ ਲੋੜ ਹੈਗੀ, ਜਿਹੜੀ ਕਿ GMDIC ਦਫ਼ਤਰ ਉਹਨਾਂ ਨੂੰ ਲਗਾਤਾਰ ਮਿਲ ਰਹੇ ਨੇ। ਕੱਲ ਤੋਂ ਅਸੀਂ ਇੱਕ ਹੋਰ ਫੈਸਲਾ ਲਿਆ ਹੈਗਾ ਕਿ ਮਾਸਟਰ ਪਲਾਨ ਦੇ ਵਿੱਚ ਜਿਹੜੇ ਡੈਜ਼ਿਗਨੇਟਿਡ ਇੰਡਸਟਰੀਅਲ ਏਰੀਆਜ਼ ਹੈਗੇ ਉਹਨਾਂ ਨੂੰ ਵੀ ਅਸੀਂ ਸੈਲਫ ਡਿਕਲੇਰੇਸ਼ਨ ਬੇਸਿਸ ਤੇ ਅਸੀਂ ਅਲਾਉ ਕਰ ਰਹੇ ਹਾਂ ਕਿ ਸੈਲਫ ਡਿਕਲੇਰੇਸ਼ਨ ਦੇ ਬੇਸਿਸ ਤੇ ਇੰਡਸਟਰੀ ਜਿਹੜੀ ਹੈਗੀ ਉਹ ਐਪਲੀਕੇਸ਼ਨ ਸੈਲਫ ਡਿਕਲੇਰੇਸ਼ਨ ਦੇ ਸਕਦੀ ਹੈ ਔਰ ਆਪਣੇ ਇੰਡਸਟਰੀ ਨੂੰ ਚਾਲੂ ਕਰ ਸਕਦੀ ਹੈ ਔਰ ਉਹਦੇ ਵਾਸਤੇ ਪਰਮਿਸ਼ਨਾਂ ਜਿਹੜੀਆਂ ਹੈਗੀਆਂ ਉਹ ਪਾਸਿਸ ਜਿਹੜੇ ਹੈਗੇ ਉਹ ਪਾਸਿਸ ਆਪਣੇ ਇੰਡਸਟਰੀ ਡਿਪਾਰਟਮੈਂਟ ਤੋਂ ਬਣਵਾ ਸਕਦੇ ਆ। ਇਸ ਤੋਂ ਇਲਾਵਾ ਕੁਝ ਮਾਰਕੀਟ ਦੇ ਵਿੱਚ ਅੱਜ ਕੁਝ ਕਨਫਿਊਜ਼ਨ ਜਾਂ ਰੂਮਰਸ ਫੈਲ ਰਹੇ ਸੀਗੇ ਕਿ ਮਿਕਸ ਲੈਂਡ ਯੂਜ਼ ਔਰ ਉਸ ਤਰ੍ਹਾਂ ਦੇ ਏਰੀਆ ਦੇ ਵਿੱਚ ਵੀ ਇੰਡਸਟਰੀਆਂ ਚਾਲੂ ਕਰਨ ਦੇ ਵਾਸਤੇ ਕੋਈ ਫੈਸਲਾ ਹੋਇਆ ਹੈ। ਹਾਲ ਦੀ ਘੜੀ ਇਦਾਂ ਦਾ ਕੋਈ ਫੈਸਲਾ ਨਹੀਂ ਹੈਗਾ ਕਿ ਮਿਕਸ ਲੈਂਡ ਯੂਜ਼ ਦੇ ਵਿੱਚ ਬਾਹਰੋਂ ਲੇਬਰ ਨੂੰ ਬੁਲਾ ਕੇ ਇੰਡਸਟਰੀਆਂ ਜਿਹੜੀਆਂ ਹੈਗੀਆਂ ਉਹ ਚਾਲੂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਤੀਜਾ ਜਿਹੜਾ ਹੈਗਾ ਉਹ ਸ਼ਾਪਸ ਦੇ ਨਾਲ ਰਿਲੇਟਡ ਰਿਲੈਕਸੇਸ਼ਨ ਸੀਗੀਆਂ। ਉਹਦੇ ਵਿੱਚ ਅਸੀਂ ਆਲਰੇਡੀ ਕਈ ਸਾਰੀ ਰਿਲੈਕਸੇਸ਼ਨ ਜਿਹੜੀਆਂ ਸੀਗੀਆਂ ਆਲਰੇਡੀ ਦੇ ਦਿੱਤੀਆਂ ਗਈਆਂ ਸੀਗੀਆਂ। ਇੰਡਸਟਰੀ ਜਿਹੜੇ ਐਸੈਂਸ਼ੀਅਲ ਆਈਟਮਸ ਜਾਂ ਹੋਰ ਵੀ ਜਿਹੜੇ ਐਗਜ਼ੈਂਪਟਡ ਕੈਟੇਗਰੀਆਂ ਨੂੰ ਜਿਹਨਾਂ ਨੂੰ ਅਸੀਂ ਪਹਿਲਾਂ ਅਲਾਉ ਕੀਤਾ ਸੀਗਾ ਹੋਮ ਡਿਲੀਵਰੀ ਦੇ ਵਾਸਤੇ, ਉਹਨਾਂ ਨੂੰ ਅਸੀਂ ਹੁਣ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਔਰ 11 ਵਜੇ ਤੋਂ ਬਾਅਦ ਹੋਮ ਡਿਲੀਵਰੀ ਜਿਹੜੀ ਹੈਗੀ ਉਹ ਅਲਾਉ ਕਰਤੀ ਹੈਗੀ। ਇਸ ਤੋਂ ਇਲਾਵਾ ਬਾਕੀ ਜਿਹੜੀਆਂ ਕੈਟੇਗਰੀਆਂ ਹੈਗੀਆਂ ਉਸ ਦੇ ਵਾਸਤੇ ਵੀ ਸਾਨੂੰ ਕਾਫੀ ਕੁਐਰੀਜ਼ ਵਗੈਰਾ ਆ ਰਹੀਆਂ ਨੇ। ਅਸੀਂ ਉਸ ਨੂੰ ਅੱਜ ਦੇਖ ਰਹੇ ਹਾਂ। ਕਾਫੀ ਡਿਮਾਂਡਸ ਔਰ ਸਜੈਸ਼ਨਸ ਜਿਹੜੇ ਹੈਗੇ ਉਹ ਲੋਕਾਂ ਦੇ ਸਾਡੇ ਕੋਲ ਪ੍ਰਾਪਤ ਹੋਏ ਨੇ। ਅਸੀਂ ਉਹਨਾਂ ਨੂੰ ਡੂੰਘਾਈ ਨਾਲ ਘੋਖ ਰਹੇ ਹਾਂ ਔਰ ਹੋਪਫੁਲੀ ਅਸੀਂ ਕੱਲ ਤੱਕ ਇੱਕ ਡਿਟੇਲਡ ਗਾਈਡਲਾਈਨ ਜਿਹੜੀਆਂ ਹੈਗੀਆਂ ਰੋਸਟਰ ਵਗੈਰਾ ਬਣਾ ਕੇ ਕਿ ਕਿਹੜੇ ਟਾਈਪ ਦੀ ਦੁਕਾਨ ਕਿਹੜੇ ਤਰੀਕ ਨੂੰ ਕਿਹੜੇ ਦਿਨ ਨੂੰ ਹਫਤੇ ਦੇ ਵਿੱਚ ਨੂੰ ਖੁੱਲ ਸਕਦੀ ਹੈ, ਉਹ ਸਾਰੀ ਕੀ ਸਾਰੀ ਗਾਈਡਲਾਈਨ ਜਿਹੜੀਆਂ ਹੈਗੀਆਂ ਅਸੀਂ ਹੋਪਫੁਲੀ ਕੱਲ ਤੱਕ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਆਮ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਹੋਰ ਵੀ ਤਰੀਕੇ ਦੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਨੂੰ ਅਵੇਲੇਬਲ ਹੋ ਜਾਣਗੀਆਂ। ਥੈਂਕ ਯੂ। ਇਸ ਤੋਂ ਇਲਾਵਾ ਮਾਈਗ੍ਰੈਂਟ ਪੋਪੂਲੇਸ਼ਨ ਦੇ ਵਾਸਤੇ ਜਿਹੜੇ ਬੰਦੇ ਬਾਹਰਲੇ ਸਟੇਟਾਂ ਤੋਂ ਬਿਲੋਂਗ ਕਰਦੇ ਨੇ ਤੇ ਆਪਣੇ ਸਟੇਟਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹਦੇ ਵਾਸਤੇ ਇੱਕ ਲਿੰਕ ਜਿਹੜੀ ਹੈਗੀ ਅੱਜ ਸਵੇਰ ਤੋਂ ਲਾਈਵ ਕੀਤੀ ਗਈ ਹੈਗੀ। ਕੋਈ ਵੀ ਮਾਈਗ੍ਰੈਂਟ ਬੰਦਾ ਜਿਹੜਾ ਕਿ ਬਾਹਰਲੇ ਸਟੇਟਾਂ ਤੋਂ ਬਿਲੋਂਗ ਕਰਦਾ ਹੈ ਔਰ ਆਪਣੇ ਸਟੇਟ ਨੂੰ ਜਾਣਾ ਚਾਹੁੰਦਾ ਹੈ, ਉਹ ਸਾਰੀ ਡਿਟੇਲ ਜਿਹੜੀ ਹੈਗੀ ਇਸ ਲਿੰਕ ਦੇ ਉੱਤੇ ਦੇ ਸਕਦਾ ਹੈ। ਲਿੰਕ ਜਿਹੜੀ ਹੈਗੀ ਉਹ ਇਸ ਤਰ੍ਹਾਂ ਹੈਗੀ http://
www.covidregistration.aspx ਇਹ ਜਿਹੜੀ ਲਿੰਕ ਹੈਗੀ, ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਫਾਰਮ ਜਿਹੜਾ ਹੈਗਾ ਉਹ ਆਉਂਦਾ ਹੈ। ਉਸ ਫਾਰਮ ਨੂੰ ਕੋਈ ਵੀ ਬੰਦਾ ਭਰ ਸਕਦਾ ਹੈ। ਇੱਕ ਫਾਰਮ ਦੇ ਵਿੱਚ 25 ਬੰਦਿਆਂ ਤੱਕ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਭਰੀ ਜਾ ਸਕਦੀ ਹੈ। ਯਾਨੀ ਕਿ ਕੋਈ ਵੀ ਬੰਦਾ ਆਪਣੀ ਪੂਰੀ ਫੈਮਿਲੀ ਦੇ ਵਾਸਤੇ ਇੱਕੋ ਹੀ ਫਾਰਮ ਜਿਹੜਾ ਹੈਗਾ ਉਹ ਭਰਨਾ ਪਊਗਾ ਔਰ ਉਸ ਫੈਮਿਲੀ ਨੂੰ, ਪੂਰੀ ਫੈਮਿਲੀ ਨੂੰ ਇੱਕ ਜਾਂ ਗਰੁੱਪ ਨੂੰ ਇੱਕ ਗਰੁੱਪ ਦੇ ਵਜੋਂ ਰਜਿਸਟਰ ਕਰ ਲਿਆ ਜਾਵੇਗਾ। ਇਹ ਡੇਟਾ ਜਿਹੜਾ ਹੈਗਾ ਉਹ ਕੰਪਾਈਲੇਸ਼ਨ ਦਾ ਕੰਮ ਆਲਰੇਡੀ ਚੱਲ ਰਿਹਾ ਹੈ ਤੇ ਮੈंने ਅਭੀ ਥੋੜੀ ਦੇਰ ਪਹਿਲਾਂ ਰਿਵਿਊ ਕੀਤਾ ਸੀਗਾ। ਤਕਰੀਬਨ 5,500 ਬੰਦਿਆਂ ਨੇ ਹਾਲੇ ਤੱਕ ਇਸ ਦੇ ਵਿੱਚ ਰਜਿਸਟ੍ਰੇਸ਼ਨ ਵੀ ਜਿਹੜੀ ਹੈਗੀ ਉਹ ਕਰਾ ਲਈ ਹੈਗੀ। ਤਾਂ ਮੇਰੀ ਰਿਕੁਐਸਟ ਹੈਗੀ ਕਿ ਜੋ ਵੀ ਮਾਈਗ੍ਰੈਂਟ ਜਿਹੜੇ ਹੈਗੇ ਜੋ ਕਿ ਆਪਣੇ ਸਟੇਟਾਂ ਨੂੰ ਜਾਣਾ ਚਾਹੁੰਦੇ ਹਨ ਉਹ ਇਸ ਲਿੰਕ ਦੇ ਉੱਤੇ ਅਪਲਾਈ ਕਰ ਸਕਦੇ ਹਨ, ਕਿਉਂਕਿ ਜਦ ਵੀ ਉਹਨਾਂ ਸਟੇਟਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੋਊਗਾ, ਅਸੀਂ ਕੋਈ ਵੀ ਫੈਸਲਾ ਇਸ ਦੇ ਬਾਬਤ ਕਰਾਂਗੇ ਤਾਂ ਇਹ ਡੇਟਾ ਜਿਹੜਾ ਹੈਗਾ ਸਾਡੇ ਵਾਸਤੇ ਕਾਫੀ ਇੰਪੋਰਟੈਂਟ ਹੋਊਗਾ। ਜਿਹੜੇ ਬੰਦਿਆਂ ਨੇ ਸਾਨੂੰ ਅਪਲਾਈ ਕੀਤਾ ਹੋਊਗਾ ਉਹਨਾਂ ਨੂੰ ਫਸਟ ਪ੍ਰਾਇੋਰਟੀ ਜਿਹੜੀ ਹੈਗੀ ਉਹ ਦਿੱਤੀ ਜਾਵੇਗੀ। ਥੈਂਕ ਯੂ। ਕਰਫਿਊ ਦੇ ਵਿੱਚ ਸੈਰ ਤੇ ਨਿਕਲੇ ਹੋਏ ਲੋਕਾਂ ਦਾ ਇੱਕ ਅਨੋਖੇ ਢੰਗ ਦੇ ਨਾਲ ਸਵਾਗਤ ਕੀਤਾ ਫਰੀਦਕੋਟ ਦੇ SHO ਸਾਹਿਬ ਨੇ। ਆਓ ਦਿਖਾਈਏ। ਤੁਸੀਂ ਵੀ ਆ ਜਾਓ ਰੇ। ਮੈਂ ਇੰਸਪੈਕਟਰ ਮੁੱਖ ਅਫਸਰ ਥਾਣਾ ਸ੍ਰੀ ਫਰੀਦਕੋਟ ਹਾਂ। ਇਹ ਤਾਂ ਮੈਂ ਕਰਦਾ ਮੈਂ ਬਾਈ ਜੀ ਹਾਰ ਪਾ ਲਾਂਗੇ, ਇਹਨਾਂ ਹਾਰ ਪਾ ਲਾਂਗੇ, ਹਾਰ ਪਾਉਣ ਲੱਗਿਆ ਜੀ। ਹਾਰ ਪਾ ਲਾਂਗੇ, ਹਾਰ ਪਾ ਲਾਂਗੇ, ਹਾਰ ਪਾ ਰਹੇ ਜੀ ਇਹਨਾਂ ਦੀ ਮੈਂ ਹਾਰ ਪਾ। ਮੈਂ ਅਸਲ 'ਚ ਬੋਲ ਰਿਹਾ ਕਤਵਾਲੀ ਫਰੀਦਕੋਟ ਜੀ, ਸੈਰ ਕਰਨ ਆਏ ਸੀ। ਮੈਂ ਕੁੱਟ ਨਹੀਂ ਰਿਹਾ, ਮੈਂ ਹਾਰ ਪਾ ਰਿਹਾ ਜੀ ਇਹਨਾਂ ਦੀ ਵੀਡੀਓ ਬਣਾ ਰਿਹਾ, ਨਾਲ ਹਾਰ ਪਾ ਰਿਹਾ ਜੀ। ਆਇਆ ਜੀ ਆਇਆ। ਨਹੀਂ ਮੈਂ ਕੁਝ ਨਹੀਂ ਕਹਿੰਦਾ, ਮੈਂ ਮਾਰਿਆ ਕੁੱਟਿਆ ਨਹੀਂ, ਮੈਂ ਇਹਨੂੰ ਹਾਰ ਹੀ ਪਾਇਆ। ਤੁਹਾਨੂੰ ਦੱਸ ਵੀ ਦੇਊਗਾ ਇਹ ਹਾਰ ਪਾ ਕੇ। ਸਰਦਾਰ ਜੀ ਕੀ ਕੰਮ ਕਰਦੇ ਤੁਸੀਂ? ਕੋਰਟ ਵਿੱਚ ਆਫਿਸ ਹੈ ਜੀ। ਕੋਰਟ 'ਚ ਆਫਿਸ ਹੈ। ਕੋਰਟ 'ਚ ਕਾਹਦਾ ਆਫਿਸ? ਵਕੀਲ ਹੋ ਤੁਸੀਂ? ਨਹੀਂ ਮੈਂ ਆਰਕੀਟੈਕਟ ਹਾਂ। ਦੇਖੋ ਮੈਂ ਤੁਹਾਨੂੰ ਮਾਰਨਾ ਕੁੱਟਣਾ ਨਹੀਂ, ਮੈਂ ਤੁਹਾਨੂੰ ਬੇਨਤੀ ਕੀਤੀ ਹਾਰ ਪਾ ਕੇ ਕਿ ਸ਼ਾਇਦ ਤੁਸੀਂ ਆ ਮੇਰੇ ਹੱਥ ਜੋੜੇ ਦੇਖੋ, ਮੈਂ ਤੁਹਾਡੇ ਮੂਹਰੇ ਵੀ ਮੈਂ ਥਾਣੇ ਦਾ SHO ਹਾਂ ਤੇ ਮੈਂ ਤੁਹਾਡੇ ਮੂਹਰੇ ਹੱਥ ਬੰਨ੍ਹਦਾ ਪਿਆ ਤੇ ਮੈਂ ਹੱਥ ਬੰਨ੍ਹ ਕੇ ਤੁਹਾਡੇ ਮੂਹਰੇ ਗੁਜ਼ਾਰਿਸ਼ ਕਰਦਾ ਵੀ ਹੁਣ ਤਾਂ ਮੈਂ ਹਾਰ ਵੀ ਪਾਤੀ ਹਨਾ। ਸੈਨੀਟਾਈਜ਼ ਕਰਕੇ ਪਾਇਆ, ਉਹ ਨਹੀਂ ਪਾਏਗੀ ਹੱਥ। ਮੈਂ ਦੇਖੋ ਹਾਰ ਵੀ ਮੈਂ ਸੈਨੀਟਾਈਜ਼ ਕੀਤਾ ਤੇ ਮੈਂ ਇਹਦੇ ਵਿੱਚ ਸੈਨੀਟਾਈਜ਼ ਕੀਤਾ। ਬੇਟੇ ਦੇ ਵੀ ਦੇਖੋ ਮੂੰਹ ਮਾਸਕ ਤੇ ਲੱਗਿਆ ਹੋਇਆ, ਮੈਂ ਹਾਰ ਇੱਧਰ ਵੀ ਪਾਇਆ ਹੈਗਾ। ਆ ਜਾ ਵੀਰੇ, ਆ ਜਾ, ਸ਼ਾਬਾਸ਼, ਆ ਜਾ ਮੇਰੇ ਵੀਰ, ਆ ਜਾਓ, ਆ ਜਾਓ, ਭੱਜ ਕੇ ਆ ਜਾਓ, ਇੱਥੇ ਖੜ ਜਾਓ, ਸ਼ਾਬਾਸ਼। ਸ਼ਹਿਰ ਤੇ ਆਪਾਂ ਪ੍ਰੋਪਰ ਕਰਾਂਗੇ। ਆਪਾਂ ਤੁਹਾਡਾ ਨਾਂ ਕੀ ਹੈ? ਦੇਖੋ ਇਹ ਸਰਕਾਰੀ ਮਹਿਕਮੇ 'ਚ ਆਰਕੀਟੈਕਟ ਲੱਗੇ ਹੋ। ਮੈਂ ਤੁਹਾਡੇ ਸਰ ਡਿਪਾਰਟਮੈਂਟ ਦੇ ਜਵਾਬੀ ਕੰਮ। ਨਹੀਂ ਮੇਰੇ ਡਿਪਾਰਟਮੈਂਟ ਵਾਲੇ ਤਾਂ ਬਿਜ਼ੀ ਬਹੁਤ, ਉਹਨਾਂ ਦਾ ਰੋਟੀ ਖਾਣ ਦਾ ਟਾਈਮ ਨਹੀਂ ਗਾ। ਮੇਰੇ ਕਾਹਦੇ ਡਿਪਾਰਟਮੈਂਟ? ਸੌਰੀ ਸਰ। ਨਹੀਂ ਕੋਈ ਨਹੀਂ, ਅੱਜ ਮੇਰੇ ਕੀ ਨਾਮ ਹੈ ਤੁਹਾਡਾ? ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਸਿੰਘ ਜੀ, ਤੁਸੀਂ ਸੈਰ ਕਰ ਰਹੇ ਹੋ? ਹਾਂਜੀ ਹਾਂਜੀ। ਤੁਹਾਡਾ ਘਰ ਕਿੱਥੇ ਜੇ ਹੈ? ਸਰ ਇੱਧਰ ਹੀ ਹੈ, ਮੈਂ ਟਾਕੀ ਹਾਂ। ਅੱਛਾ ਉਹ ਤੁਸੀਂ ਸੈਰ ਕਦੋਂ ਤੋਂ ਕਰ ਰਹੇ ਹੋ ਤੁਸੀਂ? ਸਰ ਅੱਜ ਹੀ ਆਏ ਸੀ। ਅੱਜ ਪਹਿਲੇ ਦਿਨ ਹੀ ਆਏ ਹੋ? ਨਹੀਂ ਅੱਗੇ ਪਹਿਲਾਂ ਹੁੰਦੇ ਸੀ, ਹੁਣ ਨਹੀਂ ਪਤਾ ਸੀ ਮੈਂ ਕਰਤੀ ਦਾ ਪਾ। ਚਲੋ ਮੇਰੀ ਹੱਥ ਬੰਨ ਕੇ ਬੇਨਤੀ, ਹੁਣ ਤਾਂ ਮੈਂ ਹਾਰ ਵੀ ਪਾਤੇ ਤੇ ਮਤਲਬ ਬੇਨਤੀ ਮੰਨੋ ਤੇ ਤੁਸੀਂ ਗਾਂ ਤੋਂ ਸੈਰ ਨਹੀਂ ਕਰਦੇ। ਸੌਰੀ ਸਰ। ਠੀਕ ਹੈ ਜੀ। ਸੌਰੀ ਸਰ। ਜੇ ਮੈਂ ਮਗਰ ਗੱਡੀ ਤੇ ਭਾ ਲੈਣਾ ਜੇ ਕਹੋ ਤਾਂ ਤੁਸੀਂ ਨਹੀਂ ਸੌਰੀ ਨਹੀਂ ਦੇਖ ਲਓ ਜੇ ਮੈਂ ਪਾਣੀ ਨਹੀਂ ਲਾਓ ਇੱਕ ਹਾਰ ਹੋਰ ਦੇ। ਆ ਜਾਓ ਜੀ, ਆ ਜਾਓ। ਹਾਂਜੀ ਆ ਜਾਓ। ਨਹੀਂ ਕੋਈ ਨਹੀਂ, ਮੈਂ ਪਾਉਣਾ ਤਾਂ ਮੈਂ ਨਾ ਦੇਖੋ ਮੈਂ ਤੁਸੀਂ ਸਾਰਾ ਦੇਖੋ ਪਸੀਨੋ ਪਸੀਨੇ ਹੋਏ ਹੋਏ ਆ। ਸੈਰ ਕਰ ਕਿੰਨੀ ਸੈਰ ਕਰਦੇ ਹੋ? ਕਿੰਨੇ ਚਿਰ ਹੋ ਗਿਆ? 2 ਕਿਲੋਮੀਟਰ। 2 ਕਿਲੋਮੀਟਰ ਕਰਕੇ ਆਏ? ਵੈਰੀ ਗੁੱਡ। ਆ ਦੇਖੋ 2 ਕਿਲੋਮੀਟਰ ਸੈਰ ਕਰਕੇ ਆਏ ਸਾਡੇ ਲੋਕ। ਆ ਦੇਖੋ ਹਿੰਦੁਸਤਾਨ ਦੇ ਜ਼ਿੰਮੇਵਾਰ ਨਾਗਰਿਕ ਨੇ ਸਾਡੇ, ਜਿਨ੍ਹਾਂ ਦੀ ਸਰਕਾਰ ਦੇ ਆਦੇਸ਼ਾਂ ਦਾ ਜਿਨ੍ਹਾਂ ਤੇ ਕੋਈ ਅਸਰ ਨਹੀਂ ਹੈ। ਮੈਂ ਹਾਰ ਪਾ ਕੇ ਤੁਹਾਨੂੰ ਬੇਨਤੀ ਕਰਨਾ ਹੈ ਵੀਰੋ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੇ ਦੇਸ਼ ਤੇ ਰਹਿਮ ਕਰੋ। ਦੋਸਤੋ ਜਾਣ ਤੋਂ ਪਹਿਲਾਂ ਇਹੀ ਕਵਾਂਗੇ, ਹਾਲਾਤ ਬਹੁਤੇ ਵਧੀਆ ਨਹੀਂ ਹੈ। ਸਿਰਫ ਤੁਸੀਂ ਤਾਂ ਹੀ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਬਚਾ ਸਕੋਗੇ ਜੇ ਅੰਦਰ ਰਹੋਗੇ, ਫालतू ਬਾਹਰ ਨਹੀਂ ਘੁੰਮੋਗੇ, ਪ੍ਰਸ਼ਾਸਨ ਦੇ ਹਦਾਇਤਾਂ ਦਾ ਪਾਲਨ ਕਰੋਗੇ। ਜੇ ਤੁਹਾਡੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ 30 ਸੈਕਿੰਡ ਦੀ ਇੱਕ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ। ਅਸੀਂ ਆਪਣੇ ਬੁਲੇਟਿਨ ਦੇ ਵਿੱਚ ਸ਼ਾਮਿਲ ਕਰਾਂਗੇ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਕੱਲ ਫਿਰ ਮਿਲਾਂਗੇ। ਨਮਸਕਾਰ।